ਸਾਰਿਆਂ ਨੂੰ ਸਟੱਡੀ ਐਟ ਇਨਫੋ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਕਿ ਅੱਜ ਮੈਂ ਤੁਹਾਨੂੰ ਸਵੇਰੇ ਹੀ ਦੱਸ ਦਿੱਤਾ ਸੀ ਕਿ ਪਟਵਾਰੀ ਦੀ ਜਿਹੜੀ ਭਰਤੀ ਦਾ ਨੋਟੀਫਿਕੇਸ਼ਨ ਆਊਟ ਹੋ ਚੁੱਕਾ ਹੈ। ਉਸ ਟਾਈਮ ਮੈਂ ਤੁਹਾਨੂੰ ਨੋਟੀਫਿਕੇਸ਼ਨ ਨਹੀਂ ਦਿਖਾਇਆ ਸੀ, ਹੁਣ ਆਪਣੇ ਕੋਲ ਨੋਟੀਫਿਕੇਸ਼ਨ ਵੀ ਆ ਗਿਆ ਪੂਰਾ। ਅੱਜ ਮੈਂ ਇਸ ਵੀਡੀਓ 'ਚ ਤੁਹਾਨੂੰ ਹੁਣ ਪੂਰਾ ਡਿਟੇਲ ਵਿੱਚ ਨੋਟੀਫਿਕੇਸ਼ਨ ਦੱਸਾਂਗਾ ਤੇ ਸਿਲੇਬਸ ਅਤੇ ਕੀ ਪੈਟਰਨ ਹੋਵੇਗਾ, ਸਾਰਾ ਕੁਝ ਪੂਰਾ ਡਿਟੇਲ ਵਿੱਚ ਦੇਖਾਂਗੇ। ਇਸ ਲਈ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ, ਪੂਰੀ ਵੀਡੀਓ ਧਿਆਨ ਨਾਲ ਦੇਖਿਓ, ਠੀਕ ਹੈ। ਸਭ ਤੋਂ ਪਹਿਲਾਂ ਤੁਸੀਂ ਦੇਖ ਲਵੋ ਕਿ ਇਹ 1/2021 ਇਸ਼ਤਿਹਾਰ ਹੈ, ਮਤਲਬ 2021 ਦਾ ਪਹਿਲਾ ਇਸ਼ਤਿਹਾਰ ਹੈ PT+ ਬੋਰਡ ਵੀ ਦਾ। ਇਹਨਾਂ ਦਾ ਜਿਹੜਾ ਇਹ ऑफिशियल साइट है, तुसी लिंक इत्थे देख सकते हो, जिथे जाके तुसी इसनूं अप्लाई करना है, ठीक है। इश्तिहार जारी होने की मिति है अपनी 14 1 अज की मिति है। अज ही फॉर्म जोड़े अप्लाई होने शुरू हो गए हैं और 11/2/2021 शाम 5 बजे तक जोड़े ये फार्म है अपने अप्लाई होणगे और 15/2/2021 फीस भरन की जी आखिरी मिति होगी, ठीक है। अगे तुसी इसनूं पढ़ सकते हो, मैं इसका थोड़ा लिंक है जोड़ा तुहानूं डिस्क्रिप्शन बॉक्स में भी दे देवांगा ਅਤੇ ਟੈਲੀਗ੍ਰਾਮ ਤੇ ਇੰਸਟਾਗ੍ਰਾਮ ਤੇ ਵੀ ਦੇ ਦੇਵਾਂਗਾ। ਟੋਟਲ ਆਪਣੇ ਕੋਲ ਵੈਕੈਂਸੀਆਂ ਕਿੰਨੀਆਂ ਹਨ? 1152, ਠੀਕ ਹੈ। 1152 ਇਹ ਜਿਹੜੀਆਂ ਟੋਟਲ ਵੈਕੈਂਸੀਆਂ ਇਕੱਲੀਆਂ ਪਟਵਾਰੀ ਦੀਆਂ ਨਹੀਂ ਹੈ, ਮਾਲ ਪਟਵਾਰੀ ਦੀਆਂ ਵੀ ਇਸ ਵਿੱਚ ਜ਼ਿਲ੍ਹਾਦਾਰ ਐਂਡ ਇਰੀਗੇਸ਼ਨ ਬੁਕਿੰਗ ਕਲਰਕ ਜਿਹੜੀਆਂ ਉਹਨਾਂ ਦੀਆਂ ਵੀ ਇਹ ਵੈਕੈਂਸੀਆਂ ਨੇ ਹੈਗੀ ਵਿੱਚ ਇਹਦੇ ਐਡ ਹੈ, ਠੀਕ ਹੈ। ਕਿਉਂਕਿ ਪਟਵਾਰੀ ਦੀ ਤਾਂ 190 ਸੀਗੀਆਂ ਜਿਹੜੇ ਤੁਸੀਂ ਪਹਿਲਾਂ ਦੇਖੇ ਹੀ ਹੋਣਾ ਹੈ, ਇਹ ਸਾਰੀਆਂ ਵੈਕੈਂਸੀਆਂ ਐਡ ਕਰਕੇ ਇਹ ਟੋਟਲ ਬਣਿਆ ਹੈ, ਠੀਕ ਹੈ। ਅੱਗੇ ਮੈਂ ਤੁਹਾਨੂੰ ਡਿਟੇਲ ਵਿੱਚ ਹੋਰ ਕੀ ਇਸ ਵਿੱਚ ਤੁਹਾਨੂੰ ਦੱਸਦਾ। सब तो पहला अपने को आ गया वैकेंसियाँ, हुण आपां चंगी तरह वैकेंसियाँ देखते हैं इस विच, ठीक है। टोटल देख लवो तुसी, पटवारी है जिहड़ा रैवन्यू डिपार्टमेंट का पटवारी, उहदियां वैकेंसियाँ ने 1090, ठीक है। जिलादार जिहड़ा उहदे 32+4, इरीगेशन बुकिंग दियाँ 26 वैकेंसियाँ, टोटल 1152 वैकेंसियाँ बनदियाँ, ठीक है। सारे मतलब कि पटवारियां तुसीं देख लिया, सारे डिपार्टमेंटां दी अलग-अलग वैकेंसी तुहानूं इत्थे दित्तियां होईयां ने। सब तो पहलां आपां गल करदे हां पटवारी दीयां। ये जिहड़ा पटवारी दीयां वैकेंसियां दित्तियां होईयां इस विच 406 जनरल कैटेगरी पटवारी, SC दी 117, SC MB दी 117 ते SC RO दियां 91, BC दियां 114, ESM जनरल दियां 93 पोस्टां ने, ESM SC 27, ESM SC RO तो इन्हें 26 पोस्टां सारियां तुसीं देख सकते हो। स्पोर्ट्स वाले बहुत बार पुछते हैं, स्पोर्ट्स दियां इस विच 20 पोस्टां ने, ठीक है। अगे इस देख लो फिजिकल हैंडीकैप्ट भी बहुत बार पुछते होंगे स्टूडेंट, फिजिकल हैंडीकैप्ट वाले ने भी इस विच 29 पोस्टां ने, ठीक है। अगे इस विच जिहड़ा दस्सिया होया है इरीगेशन एंड बुकिंग, इहदे विच भी ये पोस्टां ने, ठीक है। जिलेदार इन डिपार्टमेंट ऑफ वाटर रिसोर्सिस, इहदियां ये पोस्टां ने। जिलेदार इन PWR MDC इस विच इन्नियां पोस्टां ने, ठीक है। टोटल अपने कोल जिहड़ियां बनदियां ने पटवारी दियां 1090 पोस्टां, जिहड़ियां दूजे नहरी दियां 26 ਅਤੇ ਜ਼ਿਲ੍ਹੇਦਾਰ ਦੀਆਂ 32 पोस्टां ਜਿਹੜੀਆਂ टोटल ਇਹ ਆਪਣੇ ਕੋਲ ਬਣਦੀਆਂ, ठीक है। ਅੱਗੇ ਆਪਾਂ ਦੇਖਦੇ ਹਾਂ ਕਿ ਇਸ ਵਿੱਚ ਕੀ ਕਿਹਾ ਪਟਵਾਰੀ ਲਈ। ਪਟਵਾਰੀ ਲਈ ਦੇਖ ਲਓ ਤੁਹਾਡੀ ਤਨਖਾਹ ਕਿੰਨੀ ਹੋਵੇਗੀ। ਜਿਹੜਾ ਨਵੇਂ ਸੈਂਟਰ ਪੇ ਦੇ ਸਕੇਲ ਦੇ ਹਿਸਾਬ ਨਾਲ ਜਿਹੜੀ ਸੈਲਰੀ ਹੈ ਤੁਹਾਡੀ 19,900 ਜਿਹੜਾ ਬੇਸਿਕ ਤੋਂ ਸਟਾਰਟ ਹੋਵੇਗੀ ਅਤੇ ਟੋਟਲ ਇਹ ਤੁਹਾਡੀ ਜਿਹੜੀ ਪੱਤੇ ਪੁੱਤੇ ਮਿਲਾ ਕੇ 25,000 ਦੇ ਜਿਹੜੀ ਕਰੀਬ ਹੈ ਇਹ ਸੈਲਰੀ ਬਣ ਜਾਵੇਗੀ, ਠੀਕ ਹੈ। ਇਰੀਗੇਸ਼ਨ ਬੁਕਿੰਗ ਇਸ ਦੀ ਵੀ ਸੈਲਰੀ ਤੁਹਾਡੀ ਸੇਮ ਹੀ ਹੈ, ਇਸ ਦਾ ਕਲਰਕ ਹੈ ਇਸ ਦੀ ਸੈਲਰੀ ਸੇਮ ਹੈ। ਜ਼ਿਲ੍ਹੇਦਾਰ ਇਸ ਦੀ ਵੀ ਜਿਹੜੀ ਸੈਲਰੀ ਹੈ ਤੁਹਾਡੀ ਸੇਮ ਹੀ ਹੋਵੇਗੀ, ਠੀਕ ਹੈ। ਅੱਗੇ ਆਪਾਂ ਹੋਰ ਦੇਖਦੇ ਹਾਂ ਇਸ ਵਿੱਚ ਕੀ ਹੋਏਗਾ। डिटेल ਵਿੱਚ ਸਾਰਾ ਆਪਣੇ ਕੋਲ ਨੋਟੀਫਿਕੇਸ਼ਨ ਵਿੱਚ ਪਿਆ ਹੈ। ਅੱਗੇ ਦੇਖੋ ਇਹਨਾਂ ਨੇ ਕੀ ਕਿਹਾ ਹੈ, ਵਿਦਿਅਕ ਯੋਗਤਾ ਮਾਲ ਪਟਵਾਰੀ ਦੇ ਲਈ। ਵਿਦਿਅਕ ਯੋਗਤਾ ਕੀ ਹੈ? ਬੈਚਲਰ ਡਿਗਰੀ ਤੁਹਾਡੇ ਕੋਲ ਕੋਈ ਵੀ ਹੋਣੀ ਚਾਹੀਦੀ ਹੈ ਪਟਵਾਰੀ ਦੇ ਲਈ। ਉਸ ਤੋਂ ਇਲਾਵਾ ਕੀ ਹੋਣਾ ਚਾਹੀਦਾ ਤੁਹਾਡੇ ਕੋਲ 120 ਘੰਟੇ ਦਾ ਜਿਹੜਾ ਕੰਪਿਊਟਰ ਦਾ ਕੋਰਸ ਤੁਹਾਡੇ ਲਈ ਹੋਣਾ, ਜਿਹੜਾ ਤੁਹਾਡੇ ਕੋਲ ਜ਼ਰੂਰੀ ਹੈ, ਠੀਕ ਹੈ। ਇਹ ISO ਵਾਲਾ ਉਹ ਵੀ ਚੱਲੇਗਾ ਇਸ ਵਿੱਚ, ਹੋਰ ਤੁਹਾਡੇ ਕੋਲ ਕੋਈ ਕਿਸ ਤਰ੍ਹਾਂ ਦਾ ਉਹ ਵੀ ਚੱਲੇਗਾ, ਠੀਕ ਹੈ। ਇਸ ਤੋਂ ਇਲਾਵਾ ਹੋਰ ਦੇਖਦੇ ਹਾਂ ਜਿਹੜੀ ਜ਼ਿਲ੍ਹੇਦਾਰ डिपार्टमेंट ऑफ वाटर रिसोर्सिस, ਇਹਦੇ ਵਿੱਚ ਤੁਹਾਡੇ ਕੋਲ ਕੀ ਹੈ? ਇਹਦੇ ਵਿੱਚ ਤੁਹਾਡੇ ਕੋਲ ਤੁਸੀਂ ਡਿਗਰੀ ਐਗਜ਼ਾਮੀਨਰ ਤੁਸੀਂ ਪਾਸ ਹੋਣੇ ਚਾਹੀਦੇ ਹੈ, ਗ੍ਰੈਜੂਏਸ਼ਨ ਕੋਈ ਵੀ, ਠੀਕ ਹੈ। ਦ ਐਪਲੀਕੇਸ਼ਨ ਸ਼ੁੱਡ ਫੁਲਫਿਲ ਦ ਕੰਡੀਸ਼ਨ ਆਫ ਕੁਆਲੀਫਿਕੇਸ਼ਨ ਆਫ ਦ ਲਾਸਟ ਡੇਟ, ਮਤਲਬ ਜਦੋਂ ਇਸ ਨੂੰ ਫਾਰਮ ਨੂੰ ਭਰਤੀ ਕਰਨ ਦੇ ਲਾਸਟ ਡੇਟ ਤੱਕ ਤੁਸੀਂ ਆਪਣੀ ਜਿਹੜੀ ਬੈਚਲਰ ਦੀ ਡਿਗਰੀ ਹੈ ਜਿਹੜੀ ਉਹ ਪਾਸ ਹੋਣੇ ਲਾਜ਼ਮੀ ਹੋ ਇਸ ਵਿੱਚ, ਠੀਕ ਹੈ। ਜਿਹੜੀਆਂ ਇਹ 2 ਪੋਸਟਾਂ ਲਾਸਟ ਵਿੱਚ ਇਹਨਾਂ ਦਾ ਥੋੜੀ ਸੈਲਰੀ ਤੁਹਾਡੀ ਜ਼ਿਆਦਾ ਹੋਵੇਗੀ, ਇਹ 35,400 ਤੇ ਹੈ, ਠੀਕ ਹੈ। याद रखियो इसनूं। अगे अपने कोल डिटेल विच होर आपां चैक करते हैं की है इन्हां विच आ जांदा। सब तो पहला अपने कोल ये सारे अपने कोल कोड वगैरह दिते हुए हैं, ठीक है। तुसीं इसनूं पढ़ लो, मैं तुहानूं टैलीग्राम ते इंस्टाग्राम उत्ते इसदा लिंक दे देवांगा, तुसीं इसनूं खुद पढ़ लिओ डिटेल विच की है। अगे आ गई उम्र सीमा। सब तो पहला अपने कोल 18 ਤੋਂ 37 साल जनरल कैटेगरी ਲਈ ਹੋਵੇਗੀ ਅਤੇ ਜਿਹੜੇ ਕੋਈ ਵੀ SC/BC ਹੈ ਉਹਨਾਂ ਲਈ 42 ਸਾਲ ਹੋਵੇਗੀ ਅਤੇ ਪੰਜਾਬ ਸਰਕਾਰ ਦੀ ਜਿਹੜੀ ਕੋਈ ਜਾਂ ਕੇਂਦਰ ਸਰਕਾਰ ਦੀ ਨੌਕਰੀ ਕਰਦੇ ਹੈ ਉਹਨਾਂ ਲਈ 45 ਸਾਲ ਹੋਵੇਗੀ, ਠੀਕ ਹੈ।
ਸਾਰੀਆਂ ਆਪਾਂ ਦੇਖ ਸਕਦੇ ਹਾਂ। ਪੰਜਾਬ ਦੇ ਵਸਨੀਕ ਹੈ ਜਿਹੜੇ ਅੰਗਹੀਣ ਉਹਨਾਂ ਲਈ 47 ਸਾਲ ਹੋਵੇਗੀ ਇੱਥੇ, ਠੀਕ ਹੈ। ਫੀਸਾਂ ਦਾ ਵੇਰਵਾ, ਫੀਸ ਹੈ ਜਿਹੜੀ ਤੁਹਾਡੇ ਲਈ ਇੱਥੇ ਆਮ ਵਰਗ ਜਨਰਲ ਕੈਟਾਗਰੀ ਲਈ 1000 ਰੁਪਏ ਫੀਸ ਹੋਵੇਗੀ, ਐਸਸੀ ਲਈ 250, ਸਾਬਕਾ ਫੌਜੀਆਂ ਲਈ 200, ਠੀਕ ਹੈ। ਅੰਗਹੀਣਾਂ ਲਈ 500 ਰੁਪਏ ਫੀਸ ਹੋਵੇਗੀ। ਇਹ ਆਪਣੇ ਕੋਲ ਅੱਗੇ ਆ ਗਿਆ। ਇੱਥੇ ਇਸ ਵਿੱਚ ਰਾਖਵੇਂ ਕਰਨ ਬਾਰੇ ਜੋ ਡਿਟੇਲ ਵਿੱਚ ਦਿੱਤਾ ਹੋਇਆ, ਜੋ ਜਿਵੇਂ ਹੁੰਦਾ ਹੈ ਰਾਖਵੇਂ ਕਰਨ ਦਾ, ਠੀਕ ਹੈ। ਚੋਣ ਵਿਧੀ ਲਿਖਿਆ ਹੋਇਆ ਅੱਗੇ, ਆਪਾਂ ਹੁਣ ਇਹ ਡਿਟੇਲ ਚੰਗੀ ਤਰ੍ਹਾਂ ਪੜ੍ਹਦੇ ਹਾਂ। ਪ੍ਰਕਾਸ਼ਿਤ ਕੀਤੀਆਂ ਅਸਾਮੀਆਂ ਲਈ ਸਫਲਤਾਪੂਰਵਕ ਵਿਨੇ ਕਰਨ ਵਾਲੇ ਉਮੀਦਵਾਰਾਂ ਦੇ 2 ਚਰਨ ਆਬਜੈਕਟਿਵ ਟਾਈਪ ਲਿਖਤੀ ਪ੍ਰੀਖਿਆ ਲਈ ਜਾਵੇਗੀ। ਪਹਿਲੇ ਚਰਨ ਦੀ ਪ੍ਰੀਖਿਆ ਵਿੱਚ ਕੈਟਾਗਰੀ ਵਾਈਜ਼ ਅਸਾਮੀਆਂ ਤੇ ਉੱਪਰਲੀ ਮੈਰਿਟ ਦੇ 10 ਗੁਣਾ ਉਮੀਦਵਾਰਾਂ ਦੇ ਦੂਸਰੇ ਚਰਨ ਦੀ ਪ੍ਰੀਖਿਆ ਲਈ ਜਾਵੇਗੀ, ਠੀਕ ਹੈ। ਮਤਲਬ 2 ਪੇਪਰ ਹੋਣਗੇ ਤੁਹਾਡੇ। ਪਹਿਲਾਂ ਜਿਵੇਂ ਆਪਾਂ ਕਹਿ ਦਿੰਦੇ ਪ੍ਰੀ ਹੋਏਗਾ, ਸਾਰਿਆਂ ਦਾ ਸਾਂਝਾ ਹੋਏਗਾ, ਫਿਰ ਉਸ ਤੋਂ ਬਾਅਦ ਇੱਕ ਮੇਨ ਪੇਪਰ ਹੋਏਗਾ, ਠੀਕ ਹੈ। ਇਸ ਦੇ ਲਈ 2 ਪੇਪਰ ਹੋਣਗੇ ਪਟਵਾਰੀ ਦੇ ਤੁਹਾਡੇ, ਠੀਕ ਹੈ। ਯੋਗ ਉਮੀਦਵਾਰਾਂ ਜਿਹੜੇ ਉਹਨਾਂ ਨੂੰ ਦੂਸਰੇ ਚਰਨ ਦੀ ਲਿਖਤੀ ਪ੍ਰੀਖਿਆ ਵਿੱਚੋਂ ਪ੍ਰਾਪਤ ਅੰਕਾਂ ਦੇ ਆਧਾਰ ਤੇ ਮੈਰਿਟ ਬਣੇਗੀ। ਜਿਹੜਾ ਦੂਜਾ ਪੇਪਰ ਹੋਊਗਾ ਤੁਹਾਡਾ, ਉਹਦੇ ਆਧਾਰ ਤੇ ਤੁਹਾਡੀ ਜਿਹੜੀ ਮੈਰਿਟ ਬਣੇਗੀ। ਇਸ ਵਿੱਚ ਕੋਈ ਵੀ ਤੁਹਾਡੀ ਜਿਵੇਂ ਕੋਈ ਵੀ ਹੋਰ ਮੈਰਿਟ ਕਿਸੇ ਹੋਰ ਆਧਾਰ ਤੇ ਕੋਈ ਟਾਈਪਿੰਗ ਨਹੀਂ ਹੈਗੀ, ਨਾ ਹੀ ਕੋਈ ਇੰਟਰਵਿਊ ਹੋਵੇਗੀ। ਸਿਰਫ 2 ਪੇਪਰ ਹੋਣਗੇ, ਉਹਨਾਂ ਦੇ ਆਧਾਰ ਤੇ ਹੀ ਤੁਹਾਡੀ ਮੈਰਿਟ ਬਣੇਗੀ, ਠੀਕ ਹੈ। 40% ਨੰਬਰ ਤੁਹਾਡੇ ਘੱਟੋ ਘੱਟ ਜਿਹੜੇ ਤੁਹਾਡੇ ਪੇਪਰਾਂ ਵਿੱਚ ਉਹਨਾਂ ਵਿੱਚ ਹੋਣੇ ਚਾਹੀਦੇ ਹਨ। ਲਿਖਤੀ ਪ੍ਰੀਖਿਆ ਵਿੱਚ ਜੇਕਰ ਮੈਰਿਟ ਦੀ ਬਰਾਬਰਤਾ ਹੋਊਗੀ, ਉਹ ਤੁਹਾਨੂੰ ਪਤਾ ਹੀ ਹੈ ਕਿ ਜ਼ਿਆਦਾ ਉਮਰ ਵਾਲੇ ਨੂੰ ਤਰਜੀਹ ਦਿੱਤੀ ਜਾਂਦੀ ਇਸ ਵਿੱਚ, ਠੀਕ ਹੈ। ਅੱਗੇ ਆਪਣੇ ਕੋਲ ਹੋਰ ਇਹਨਾਂ ਨੇ ਦੱਸਿਆ ਹੋਇਆ ਲਿਖਤੀ ਪ੍ਰੀਖਿਆ ਕੀ ਕਹਿੰਦੇ, ਇਹ ਹਰ ਪੱਖੋਂ ਮੁਕੰਮਲ ਆਨਲਾਈਨ ਪ੍ਰਤੀਬਿੰਬ ਤੇ ਜਦੋਂ ਇਹਨਾਂ ਨੂੰ ਪੂਰੀਆਂ ਹੋ ਗਈਆਂ ਤਾਂ ਆਨਲਾਈਨ ਜਿਹੜੇ ਐਡਮਿਟ ਕਾਰਡ ਇਸ ਦੇ ਜਾਰੀ ਕਰ ਦਿੱਤੇ ਜਾਣਗੇ ਅਤੇ ਬੋਰਡ ਦੀ ਵੈਬਸਾਈਟ 'ਤੇ ਉਹਨਾਂ ਨੂੰ ਅਪਲੋਡ ਕਰ ਦਿੱਤਾ। ਇਸ ਸੰਬੰਧੀ ਉਮੀਦਵਾਰ ਜਿਹੜੇ ਲਗਾਤਾਰ ਬੋਰਡ ਦੀ ਵੈਬਸਾਈਟ ਕਹਿੰਦੇ ਉਹ ਚੈੱਕ ਕਰਦੇ ਰਹਿਣ। ਲਿਖਤੀ ਪ੍ਰੀਖਿਆ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ, ਜਿਵੇਂ ਕਿ ਪ੍ਰੀਖਿਆ ਦੀ ਮਿਤੀ, ਪ੍ਰੀਖਿਆ ਕੇਂਦਰ ਤੇ ਸਿਰਫ ਜਿਹੜੀ ਜਾਣਕਾਰੀ ਤੁਹਾਨੂੰ ਇਸ ਸਾਈਟ ਉੱਤੇ ਹੀ ਮਿਲੇਗੀ, ਠੀਕ ਹੈ। ਇਸ ਸਾਈਟ ਤੋਂ ਆਪਾਂ ਹੋਰ ਕਿਤੇ ਕਿਸੇ ਵੀ ਚੈਨਲ ਕਿਸੇ ਦੇ ਵੀ ਬਹਿਕਾਵੇ 'ਚ ਨਹੀਂ ਆਉਣਾ। ਇੱਥੇ ਆਪਾਂ ਨੂੰ ਸਾਰੀ ਜਾਣਕਾਰੀ ਮਿਲੇਗੀ, ਤੁਸੀਂ ਇੱਥੇ ਚੈੱਕ ਕਰਦੇ ਰਹੋ ਲਗਾਤਾਰ, ਠੀਕ ਹੈ। ਬਾਕੀ ਇਸ ਤੋਂ ਇਲਾਵਾ ਹੋਰ ਜੋ ਵੀ ਇਸ ਦੀ ਜਾਣਕਾਰੀ ਹੋਵੇਗੀ ਮੈਂ ਸਮੇਂ-ਸਮੇਂ ਤੁਹਾਨੂੰ ਅਪਡੇਟ ਕਰਦਾ ਰਹਾਂਗਾ ਕਿ ਕਦੋਂ ਇਸ ਦਾ ਜਿਹੜਾ ਐਗਜ਼ਾਮ ਆਵੇਗਾ, ਕਦੋਂ ਆਨਲਾਈਨ ਐਡਮਿਟ ਕਾਰਡ ਆਉਣਗੇ, ਕਦੋਂ ਐਗਜ਼ਾਮ ਦੀ ਡੇਟ ਹੋਵੇਗੀ, ਕੀ ਸਿਲੇਬਸ ਹੋਵੇਗਾ, ਕਿਵੇਂ ਤੁਸੀਂ ਤਿਆਰੀ ਕਰਨੀ ਹੈ, ਕਿੱਥੋਂ ਤਿਆਰੀ ਕਰਨੀ ਹੈ, ਕਿਹੜੇ ਸੋਰਸ ਪੜ੍ਹਨੇ ਹਨ, ਕਿੰਨੇ ਜਲਦੀ ਤੁਸੀਂ 3 ਮਹੀਨਿਆਂ ਵਿੱਚ ਕਿਵੇਂ ਇੰਨੀ ਜਲਦੀ ਤਿਆਰੀ ਕਰ ਸਕਦੇ ਹੋ। ਸਾਰੀ ਜਾਣਕਾਰੀ ਤੁਹਾਨੂੰ ਇਸ ਚੈਨਲ 'ਤੇ ਦੇਖਣ ਨੂੰ ਮਿਲੇਗੀ। ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਓ ਤਾਂ ਕਿ ਇਸ ਤਰ੍ਹਾਂ ਦੀ ਕਿਸੇ ਵੀਡੀਓ ਤੁਸੀਂ ਵਾਂਝੇ ਨਾ ਰਹਿ ਜਾਓ ਅਤੇ ਸਾਰੀ ਤੁਹਾਡੇ ਕੋਲ ਡਿਟੇਲ ਵਿੱਚ ਜਾਣਕਾਰੀ ਮੁਹੱਈਆ ਹੋਵੇ, ਠੀਕ ਹੈ। ਹੁਣ ਤੁਸੀਂ ਇਸ ਸਾਈਟ ਉੱਤੇ ਜਾ ਕੇ ਅੱਜ ਹੀ ਇਸ ਨੂੰ ਅਪਲਾਈ ਕਰੋ। ਲਾਸਟ ਡੇਟ ਦੇ ਇੰਤਜ਼ਾਰ ਨਾ ਕਰਿਓ ਕਿਉਂਕਿ ਲਾਸਟ ਡੇਟ ਤੱਕ ਜਿਹੜਾ ਰਸ਼ ਹੈ ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਠੀਕ ਹੈ। ਬਾਕੀ ਤੁਸੀਂ ਜਿੰਨੇ ਹੋਰ ਕੁਝ ਵੀ ਜਿਹੜਾ ਇਹਦੇ 'ਤੇ ਤੁਸੀਂ ਆਪਣਾ ਸਰਟੀਫਿਕੇਟ ਵਗੈਰਾ ਅਪਲੋਡ ਕਰਨੀ ਹੈ, ਸਾਰਾ ਕਿਵੇਂ ਫਾਰਮ ਨੂੰ ਅਪਲਾਈ ਕਰਨਾ ਹੈ, ਤੁਸੀਂ ਇਸ ਵਿੱਚ ਲਾਸਟ ਤੱਕ ਇਹ ਪੜ੍ਹ ਸਕਦੇ ਹੋ। ਜੇਕਰ ਫਿਰ ਵੀ ਕਿਸੇ ਵੀ ਸਟੂਡੈਂਟ ਨੂੰ ਕੋਈ ਕਮੀ ਪੇਸ਼ੀ ਆਉਂਦੀ ਹੈ ਤਾਂ ਉਹ ਕਮੈਂਟ ਕਰਕੇ ਪੁੱਛ ਸਕਦਾ ਹੈ, ਤਾਂ ਉਸ ਨੂੰ ਉਸਦੇ ਕਮੈਂਟ ਦਾ ਜਵਾਬ ਮਿਲ ਜਾਵੇਗਾ ਤੁਸੀਂ ਕਿਵੇਂ ਫਾਰਮ ਨੂੰ ਅਪਲਾਈ ਕਰਨਾ। ਜੇਕਰ ਫਿਰ ਵੀ ਕੋਈ ਕਮੀ ਪੇਸ਼ੀ ਹੈ ਤਾਂ ਤੁਸੀਂ ਡਿਟੇਲ ਵਿੱਚ ਇੱਕ ਅਪਲਾਈ ਕਰਨਾ, ਕਿਵੇਂ ਤੁਸੀਂ ਇਕੱਲਾ ਮਤਲਬ ਫੋਲਡਰ ਕਿਵੇਂ ਤੁਸੀਂ ਭਰਨਾ ਹੈ, ਇਕੱਲਾ ਪੁਆਇੰਟ ਸਾਰਾ ਤੁਹਾਨੂੰ ਡਿਟੇਲ ਵਿੱਚ ਦੱਸ ਦੇਵਾਂਗਾ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਇੱਦਾਂ ਇੱਕ ਵੀਡੀਓ ਬਣਾਵਾਂ ਤਾਂ ਕਮੈਂਟ ਕਰਕੇ ਦੱਸ ਦਿਓ, ਤਾਂ ਤੁਹਾਨੂੰ ਸਾਰੀ ਡਿਟੇਲ ਵਿੱਚ ਜਾਣਕਾਰੀ ਉਹ ਦੇ ਦੇਵਾਂਗਾ, ਠੀਕ ਹੈ। ਹੁਣ ਅੱਜ ਦੀ ਵੀਡੀਓ ਵਿੱਚ ਇੰਨਾ ਹੀ, ਮਿਲਦੇ ਹਾਂ ਅਗਲੀ ਵੀਡੀਓ ਵਿੱਚ ਕਿਸੇ ਹੋਰ ਇਨਫੋਰਮੇਸ਼ਨ ਨਾਲ। ਤਦ ਤੱਕ ਲਈ ਧੰਨਵਾਦ।